ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸੈਲੂਟੇਸ਼ਨ ਅਸੀਂ ਬੋਲਦੇ ਹਾਂ ਵਾਹ ਫਿਰ ਗੁਰੂ। ਇਸ ਦਾ ਮਤਲਬ ਹੈ ਗੁਰੂ ਜੀ ਤੁਸੀਂ ਵਾਹ ਹੋ, ਤੁਸੀਂ ਧੰਨ ਹੋ। ਕਿਉਂਕਿ ਵਾਹ ਸ਼ਬਦ ਜਿਹੜਾ ਹੈ ਪਰਸ਼ੀਅਨ ਵਿੱਚੋਂ ਹੈ, ਗੁਰੂ ਸ਼ਬਦ ਸੰਸਕ੍ਰਿਤ ਵਿੱਚੋਂ ਹੈ। ਦੋਵੇਂ ਸ਼ਬਦ ਅਲੱਗ-ਅਲੱਗ ਹਨ। ਖਾਲਸਾ ਗੁਰੂ ਦਾ ਹੈ, ਗੁਰੂ ਦਾ ਸਾਜਿਆ ਹੋਇਆ ਹੈ, ਗੁਰੂ ਦੀ ਫੌਜ ਹੈ। ਖਾਲਸੇ ਫਤਿਹ, ਗੁਰੂ ਦੀ ਫਤਿਹ ਹੁੰਦੀ ਆ। ਅਕਾਲ ਪੁਰਖ ਦੀ ਕੋਈ ਫੌਜ ਨਹੀਂ, ਰੱਬ ਦੀ ਕੋਈ ਫੌਜ ਨਹੀਂ, ਰੱਬ ਨੂੰ ਕਿਸੇ ਫੌਜ ਦੀ ਲੋੜ ਵੀ ਨਹੀਂ। ਸੋ ਖਾਲਸਾ ਅਕਾਲ ਪੁਰਖ ਦੀ ਫੌਜ ਨਹੀਂ, ਕਿਉਂਕਿ ਰੱਬ ਦਾ ਕੋਈ ਕਿਲਾ ਨਹੀਂ ਬਣਿਆ ਹੋਇਆ, ਰੱਬ ਕੋਈ ਦੇਹਧਾਰੀ ਨਹੀਂ ਹੈ। ਰੱਬ ਨੇ ਕੋਈ ਆਪਣਾ ਇੱਥੇ ਆ ਕੇ ਟਿਕਾਣਾ ਨਹੀਂ ਬਣਾਇਆ ਹੈ ਉਸ ਨੂੰ ਖਤਰਾ ਹੋਵੇ ਕਿਸੇ ਮੁਲਕ ਤੋਂ ਕਿ ਬੰਬ ਮਾਰ ਕੇ ਉਸ ਦਾ ਸੱਚਖੰਡ ਉਡਾ ਦੇਵੇਗਾ। ਇਹੋ ਜਿਹਾ ਕੋਈ ਸੱਚਖੰਡ ਨਹੀਂ ਹੈ। ਇਹ ਸੱਚਖੰਡ ਤਾਂ ਮਨ ਦੀ ਅਵਸਥਾ ਹੁੰਦੀ ਹੈ, ਫਿਰ ਵਿਚਾਰ ਕਰਾਂਗੇ ਕਿਤੇ। ਇਹ ਕੋਈ ਥਾਂ ਨਹੀਂ ਹੈ, ਕੋਈ ਟਿਕਾਣਾ ਨਹੀਂ ਹੈ, ਕੋਈ ਬਿਲਡਿੰਗ ਨਹੀਂ ਹੈ। ਤੋ ਪਿਆਰੇ ਦਰਸ਼ਕੋ, ਇੱਕ ਵੀਡੀਓ ਪਹਿਲਾਂ ਅਪਲੋਡ ਕੀਤੀ ਸੀ ਗੋਬਿੰਦ ਦਾਸ ਤਿਉਹਾਰ ਵਾਲੀ। ਇਹ ਦੋਹਰਾ ਜਿਹੜਾ ਹੈ ਇਸ ਬਾਰੇ ਵਿਚਾਰ ਕੀਤੀ ਸੀ। ਇਸ ਦੇ ਦੂਜੇ ਭਾਗ ਵਿੱਚ ਇਸ ਬਾਰੇ ਕੁਝ ਹੋਰ ਵਿਚਾਰ ਕਰਾਂਗੇ, ਕਿਉਂਕਿ ਇਸ ਦੋਹਰੇ ਨੂੰ, ਇਹ ਦੋਹਰਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਹੈ, ਪਰ ਨਿਤਨੇਮ ਦਾ ਇਹ ਅੰਗ ਬਣਾਇਆ ਜਾ ਚੁੱਕਾ ਹੈ। ਗੁਰੂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਜਿਹੜੀ ਕਿ ਨਿਤਨੇਮ ਦਾ ਭਾਗ ਬਣ ਸਕਦੀ ਹੈ ਅਤੇ ਗੁਰੂ ਪਾਤਸ਼ਾਹ ਜੀ ਨੇ ਬਣਾਈ ਵੀ ਹੋਈ ਹੈ। 13 ਪੰਨੇ ਪਹਿਲੇ ਜਿਹੜੇ ਹਨ ਛਾਪੇ ਦੀ ਬੀੜ ਦੇ, ਉਹ ਨਿਤਨੇਮ ਹੀ ਹੈ। ਇਸ ਵਿੱਚ ਬਾਹਰੋਂ ਰਚਨਾਵਾਂ ਐਡ ਕਰਕੇ ਸਾਨੂੰ ਨਿਤਨੇਮ ਜਿਹੜਾ ਕਰਾਇਆ ਜਾ ਰਿਹਾ ਹੈ ਉਹ ਸ਼੍ਰੋਮਣੀ ਕਮੇਟੀ ਰਾਹੀਂ ਬਣਾਇਆ ਗਿਆ ਸੀ। ਉਹਦੇ ਵਿੱਚ ਇਹ ਦੋਹਰਾ ਪਾਇਆ ਗਿਆ ਸੀ। ਇਹ ਸਾਨੂੰ 1945 'ਚ ਪਾਇਆ ਗਿਆ ਸੀ ਇਹ ਦੋਹਰਾ, ਅਤੇ ਪਾਏ ਗਏ ਜਬ ਤੇ ਤੁਮਰੇ ਵਾਲਾ ਸਪਈਆ, ਇਹ ਦੋਵੇਂ ਰਚਨਾਵਾਂ 1945 ਵਿੱਚ ਐਡ ਕੀਤੀਆਂ ਗਈਆਂ ਜਦੋਂ ਸੰਸਾਰ ਦੀ ਦੂਜੀ ਲੜਾਈ ਲੱਗੀ ਹੋਈ ਸੀ ਅਤੇ ਸ਼੍ਰੋਮਣੀ ਕਮੇਟੀ ਉਸ ਵੇਲੇ ਸਿੱਖ ਕੋਡ ਬਣਾਉਣ ਵਿੱਚ ਰੁੱਝੀ ਹੋਈ ਸੀ। ਇਹ 31 ਤੋਂ ਬਣਨਾ ਸ਼ੁਰੂ ਹੋਇਆ ਸੀ, 1931 ਤੋਂ। 36 ਵਿੱਚ ਕਹਿੰਦੇ ਹਨ ਬਣਾ ਲਿਆ ਸੀ, ਅਤੇ 9 ਸਾਲ ਬਾਅਦ ਫਿਰ ਇਹਦੇ ਵਿੱਚ ਇਹ 2 ਰਚਨਾਵਾਂ ਹੋਰ ਐਡ ਕਰਤੀਆਂ ਗਈਆਂ। ਇਹ ਰਾਮਾਇਣ ਵਿੱਚੋਂ ਹਨ। ਅਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਸੀ ਦਸ਼ਗੁਣਾਂਤ ਵਿੱਚ ਇੱਕ ਰਾਮਾਇਣ ਹੈ, ਉਹਦੇ ਵਿੱਚ ਇਹ 2 ਰਚਨਾਵਾਂ ਦਰਜ ਹਨ ਜੋ ਨਿਤਨੇਮ ਦਾ ਭਾਗ ਬਣੀਆਂ ਗਈਆਂ ਹਨ, ਅਤੇ ਨਿਤਨੇਮ ਕਰਨ ਵਾਲੇ ਇਹ ਰਾਮਾਇਣ ਦੀਆਂ ਰਚਨਾਵਾਂ ਵੀ 2 ਨਾਲ ਪੜ੍ਹ ਰਹੇ। तो प्यारे गोविंद दास तुहार सगल द्वार को छाड़ के कहो तुहार द्वार बाँ गए की लाज अस गोविंद दास तुहार। सो आप देखते हैं ये दोहरा इत्थे लिखा होया, ये श्री ग्रंथ .org वैबसाइट है, ਉਹਦੇ ਉੱਪਰ ਇਹ 864ਵਾਂ ਬੰਦ ਹੈ ਰਾਮਾਇਣ ਦਾ। ਰਾਮਾਇਣ ਜਿਹਨੂੰ ਕਿ ਰਾਮਾ ਅਵਤਾਰ ਵੀ ਕਿਹਾ ਜਾਂਦਾ ਹੈ, ਪਰ ਲਿਖਾਰੀ ਨੇ ਇਸ ਨੂੰ ਰਾਮਾਇਣ ਲਿਖਿਆ। ਦੇਖੋ ਰਾਮਾਇਣ ਲਿਖਿਆ ਹੋਇਆ, ਇਤੀ ਸ਼੍ਰੀ ਰਾਮਾਇਣ ਸਮਾਪਤਮ ਸਤ ਸ਼ੁਭਮ ਸਤ। ਇਹ ਰਾਮਾਇਣ ਦਾ ਭਾਗ ਹੈ। ਤੇ ਵਿੱਚ ਆਪਾਂ ਵਿਚਾਰ ਕੀਤੇ ਸੀ ਤਿਉਹਾਰ ਸ਼ਬਦ ਕੀ ਹੈ। ਇਸ ਦੋਹਰੇ ਤੋਂ ਪਹਿਲਾਂ ਜਾ ਕੇ ਆਪਾਂ ਦੇਖਿਆ ਸੀ ਤਿਉਹਾਰ ਸ਼ਬਦ ਕੀ ਹੈ, ਕਿਸ ਅੱਗੇ ਗੋਬਿੰਦ ਨੂੰ ਦਾਸ ਬਣਾਇਆ ਜਾ ਰਿਹਾ। ਅਤੇ ਗੋਬਿੰਦ ਸ਼ਬਦ ਜਿਹੜਾ ਇਸ ਨੂੰ ਆਪਾਂ ਰਿਲੇਟ ਕੀਤਾ ਸੀ, ਕਿਉਂਕਿ ਆਮ ਲੋਕ ਇਸ ਨੂੰ ਰਿਲੇਟ 10ਵੇਂ ਪਾਤਸ਼ਾਹ ਨਾਲ ਕਰਦੇ ਹਨ। ਜੇ 10ਵੇਂ ਪਾਤਸ਼ਾਹ ਨੇ ਇਸ ਨੂੰ ਰਿਲੇਟ ਕੀਤਾ ਜਾਵੇ ਤਾਂ ਫਿਰ ਇਹਦਾ ਮਤਲਬ ਹੈ ਕਿ 10ਵੇਂ ਪਾਤਸ਼ਾਹ ਕਹਿ ਰਹੇ ਹਨ ਕਿ ਮੈਂ ਤੁਹਾਡਾ ਦਾਸ ਹਾਂ। ਸੋ ਤਿਉਹਾਰ ਦਾ ਮਤਲਬ ਤੁਹਾਡਾ। ਇਹ ਤਿਉਹਾਰ ਆਪਾਂ ਦੇਖਿਆ ਸੀ ਤਿਉਹਾਰ ਕੀ ਚੀਜ਼ ਹੈ, ਇਹਦੇ ਵਿੱਚ ਆਪਾਂ ਵਿਚਾਰ ਕੀਤੀ ਸੀ।
ਆ 'ਚੋਂ ਲਿਖਿਆ ਗ੍ਰੰਥ ਸਕਲ ਪੂਰਨ ਕਿ ਉਹ ਭਗਵਤ ਕਿਰਪਾ ਪ੍ਰਸਾਦ। ਭਗਵਤ ਦੀ ਕਿਰਪਾ ਨਾਲ, ਭਗਵਤੀ ਦੀ ਮਿਹਰ ਨਾਲ, ਦੁਰਗਾ ਦੀ ਮਿਹਰ ਨਾਲ ਇਹ ਗ੍ਰੰਥ ਸਮਾਪਤ ਕੀਤਾ ਹੈ। ਤੋ ਪਿਆਰੋ, ਜਿਹਦੀ ਮਿਹਰ ਕਵੀ ਮੰਗਦਾ ਹੈ ਪਹਿਲਾਂ, ਜਿਹਦੀ ਮਿਹਰ ਨਾਲ ਕੰਮ ਪੂਰਾ ਕਰਦਾ ਹੈ, ਤਾਂ ਉਹਦੇ ਅੱਗੇ ਅਰਦਾਸ ਹੁੰਦੀ ਹੈ, ਉਹਦਾ ਹੀ ਕਵੀ ਦਾਸ ਹੁੰਦਾ ਹੈ, ਕਿਸੇ ਹੋਰ ਦਾ ਨਹੀਂ। ਤੋ ਇੱਥੇ ਕਹਿ ਸਕਦੇ ਹਾਂ ਕਿ ਇਹ ਧੱਕੇ ਨਾਲ ਬੰਦ ਜੋੜੇ ਗਏ, ਜਾਂ ਉਹਨਾਂ ਦਾ ਨਾਂ 10ਵੇਂ ਪਾਤਸ਼ਾਹ ਦਾ ਨਾਂ ਗੋਬਿੰਦ ਕਰਕੇ ਜੇ ਕਿਸੇ ਨੇ ਵਰਤਿਆ ਹੈ ਤਾਂ ਇਹ ਬੜੀ ਨਰਾਦਰੀ ਵਾਲੀ ਗੱਲ ਕੀਤੀ ਹੈ। 10ਵੇਂ ਪਾਤਸ਼ਾਹ ਕਿਸੇ ਦੇਵੀ ਦੇਵਤੇ ਦਾਸ ਨਹੀਂ ਬਣ ਸਕਦੇ। ਹੁਣ ਆਪਾਂ ਦੇਖੀਏ ਗੋਬਿੰਦ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਗੋਬਿੰਦ ਸ਼ਬਦ ਜਿਹੜਾ ਹੈ ਇਹਦੇ ਹੋਰ ਵੀ ਅਰਥ ਹਨ। ਜੇ ਤਾਂ ਆਪਾਂ ਵਿਆਕਰਨ ਪੱਖ ਦੇਖੀਏ, ਇੱਥੇ ਕੋਈ ਵਿਆਕਰਨਕ ਪੱਖ ਨਹੀਂ ਵਰਤਿਆ ਗਿਆ ਜੋ ਰਚਨਾਵਾਂ ਦਰਸ਼ਕ ਬਣਾਉਂਦੀਆਂ ਹਨ। ਇਹ ਵਿਆਕਰਨਕ ਪੱਖ ਤੋਂ ਬਿਨਾਂ ਹੀ ਲਿਖੀਆਂ ਹੋਈਆਂ ਹਨ। ਜਿਹੜੀ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਸੱਚੀ ਬਾਣੀ ਜਿਹਨੂੰ ਆਪਾਂ ਆਖਦੇ ਹਾਂ, ਜਿਹੜੀ 10ਵੇਂ ਪਾਤਸ਼ਾਹ ਵੱਲੋਂ ਪ੍ਰਵਾਨਿਤ ਵੀ ਹੈ, ਕਿਉਂਕਿ ਦਮਦਮੀ ਬੀੜ ਉਹਨਾਂ ਨੇ ਆਪ ਹੀ ਲਿਖਾਈ ਸੀ, ਉਹਦੇ ਵਿੱਚ ਇੱਕ ਨਿਸ਼ਚਿਤ ਢੰਗ ਵਰਤਿਆ ਗਿਆ, ਵਿਆਕਰਨਕ ਨਿਯਮ ਵਰਤੇ ਗਏ ਹਨ। ਗੁਰਬਾਣੀ ਵਿਆਕਰਨ ਦੇ ਨਿਯਮਾਂ ਅਨੁਸਾਰ ਸਾਰਾ ਕੁਝ ਲਿਖਿਆ ਹੈ। ਪਰ ਇਹ ਜੋ ਰਚਨਾਵਾਂ ਹਨ, ਇਹਨਾਂ 'ਤੇ ਕੋਈ ਵਿਆਕਰਨ ਲਾਗੂ ਨਹੀਂ ਹੁੰਦੀ। ਇੱਥੇ ਗੋਬਿੰਦ ਦਾ ਸਤਵਾਰ ਜੇ ਆਪਾਂ ਇਹ ਸਮਝੀਏ ਕਿ ਗੋਬਿੰਦ ਤੁਹਾਡਾ ਦਾਸ ਹੈ, ਤਾਂ ਫਿਰ ਗੋਬਿੰਦ ਦੱਦੇ ਨੂੰ ਔਂਕੜ ਹੋਣਾ ਚਾਹੀਦਾ ਸੀ, ਦਾਸ ਵਿੱਚ ਸੱਸਾ ਅੱਖਰ ਨੂੰ ਵੀ ਔਂਕੜ ਹੋਣਾ ਚਾਹੀਦਾ ਸੀ। ਇਹ ਗੁਰਬਾਣੀ ਦੀ ਲਿਖਤ ਹੈ ਜੋ ਗੁਰੂ ਗ੍ਰੰਥ ਸਾਹਿਬ 'ਚ, ਉਹਦੇ ਮੁਤਾਬਕ ਇਹ ਇੱਦਾਂ ਬਣਨਾ ਸੀ, ਪਰ ਇੱਥੇ ਹੈ ਹੀ ਨਹੀਂ। ਨਾ ਕੋਈ ਔਂਕੜ ਹੈ ਦੱਦੇ ਨੂੰ, ਨਾ ਕੋਈ ਸੱਸੇ ਨੂੰ ਔਂਕੜ। ਅਤੇ ਇਹ ਗੈਸੇ ਕੀਤੇ ਜਾ ਰਹੇ ਹਨ ਕਿ ਗੋਬਿੰਦ ਤੁਹਾਡਾ ਦਾਸ ਹੈ। ਇਹ ਗੈਸ ਕੀਤਾ ਜਾ ਰਿਹਾ ਕਿਉਂਕਿ ਇੱਥੇ ਵਿਆਕਰਨ ਦਾ ਨਿਯਮ ਕੋਈ ਲਾਗੂ ਨਹੀਂ ਹੁੰਦਾ, ਨਾ ਕੋਈ ਨਿਯਮ ਇੱਥੇ ਵਰਤਿਆ ਗਿਆ। ਹੁਣ ਗੋਬਿੰਦ ਸ਼ਬਦ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ ਵਰਤਿਆ ਗਿਆ ਹੈ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਇਹ ਅਕਾਲ ਪੁਰਖ ਪ੍ਰਤੀ ਸ਼ਬਦ ਵਰਤੇ ਗਏ ਹਨ। ਗੋਬਿੰਦ, ਗੋਪਾਲ, ਦਿਆਲ ਲਾਲ, ਵੱਡਾ ਮੇਰਾ ਗੋਬਿੰਦ, ਅਗਮ ਅਗੋਚਰ। ਤੋਂ ਗੋਬਿੰਦ ਸ਼ਬਦ ਜਿਹੜਾ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਕਾਲ ਪੁਰਖ ਵਾਸਤੇ ਵਰਤਿਆ ਗਿਆ ਹੈ, ਰੱਬ ਵਾਸਤੇ ਵਰਤਿਆ ਗਿਆ ਹੈ। ਹੁਣ ਜੇ ਇਹ ਸ਼ਬਦ ਰੱਬ ਵਾਸਤੇ ਵਰਤਿਆ ਗਿਆ ਹੈ, ਤਾਂ ਰੱਬ ਤਾਂ ਕਿਸੇ ਦਾ ਦਾਸ ਨਹੀਂ ਬਣ ਸਕਦਾ। ਰੱਬ ਦੇ ਸਾਰੇ ਦਾਸ ਹਨ, ਰੱਬ ਦੇ ਸਾਰੇ ਅਧੀਨ ਹਨ। ਰੱਬ ਨਹੀਂ ਕਹਿ ਸਕਦਾ, ਅਸੀਂ ਨਹੀਂ ਕਹਿ ਸਕਦੇ ਕਿ ਰੱਬ ਜਿਹੜਾ ਆ ਇਹ ਤੁਹਾਡਾ ਦਾਸ ਬਣ ਗਿਆ। ਇੱਥੇ ਗੋਬਿੰਦ ਸ਼ਬਦ ਦਾ ਅਰਥ ਜਿਹੜਾ ਹੈ, ਜੇ ਇੱਦਾਂ ਦੇਖੀਏ ਕਿ ਰੱਬ ਦਾਸ ਬਣ ਗਿਆ ਤੁਹਾਡਾ, ਰੱਬ ਦਾਸ ਨਹੀਂ ਬਣਦਾ। ਹੁਣ ਗੋਬਿੰਦ ਸ਼ਬਦ ਜੇ ਅਸੀਂ ਇਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਅਰਥ ਅਕਾਲ ਪੁਰਖ ਲੈਂਦੇ ਹਾਂ, ਅਤੇ ਦਸ਼ਮ ਗ੍ਰੰਥ ਵਿੱਚ ਵੀ ਇਹ ਗੋਬਿੰਦ ਸ਼ਬਦ ਜਿਹੜਾ ਹੈ ਇਹ ਨਾਰਾਇਣ ਵਾਸਤੇ, ਮਹਾਕਾਲ ਵਾਸਤੇ ਨਾਰਾਇਣ ਸ਼ਬਦ ਵਰਤਿਆ ਗਿਆ ਹੈ। ਇਹਦੀ ਵੀ ਇੱਕ ਵੀਡੀਓ ਅਪਲੋਡ ਹੋ ਚੁੱਕੀ ਹੈ ਕਿ ਜਿਹੜਾ ਕਾਲ ਕਾ ਦੇਵਾ ਹੈ, ਮਹਾਕਾਲ ਹੈ, ਅਸਤੁਜ ਹੈ, ਅਸਕੇਤ ਹੈ, ਜਿਹਦੇ ਵਿੱਚੋਂ 24 ਪਾਈ ਗਈ ਹੈ, ਉਹਦੇ ਵਿੱਚ ਦੁਰਗਾ ਦੇਵੀ ਕਾਲਕਾ ਦੇਵਾ ਨੂੰ ਨਾਰਾਇਣ ਕਹਿੰਦੀ ਹੈ। ਇਹਦਾ ਮਤਲਬ ਇਹ ਹੋਇਆ ਕਿ ਦਸ਼ਮ ਗ੍ਰੰਥ ਦੇ ਕਵੀ ਜਿਹੜੇ ਹਨ, ਉਹਨਾਂ ਦਾ ਜਿਹੜਾ ਨਾਰਾਇਣ ਹੈ ਉਹ ਕਾਲਕਾ ਦੇਵਾ ਹੈ। ਨਾਰਾਇਣ ਦਾ ਮਤਲਬ ਰੱਬ ਜਾਂ ਗੋਬਿੰਦ। ਹੁਣ ਗੋਬਿੰਦ ਨੂੰ ਆਪਾਂ ਉਸ ਨਾਰਾਇਣ ਨਾਲ ਜੋੜਦੇ ਹਾਂ, ਕਿਉਂਕਿ ਕਾਲਕਾ ਦੇਵਾ ਨੂੰ ਦੁਰਗਾ ਦੇਵੀ ਨਾਰਾਇਣ ਕਹਿੰਦੀ ਹੈ। ਜਦੋਂ ਸਿੱਖਿਆ ਦਿੰਦੀ ਹੈ, ਇੱਕ ਦੁੱਲਾ ਦੇ ਨੂੰ ਸਿੱਖਿਆ ਦਿੰਦੀ ਹੈ ਵੀ ਜੇ ਤਾਂ ਦੁਨੀਆ ਦਾ ਜਿਹੜਾ ਪਰਮੇਸ਼ਰ ਹੈ ਉਹਨਾਂ ਵਿਆਹ ਕਰਾਉਣਾ ਹੈ ਨਾ, ਤਾਂ ਆਹ ਜੁਗਤੀ ਆ। ਉਹ ਜੁਗਤੀ ਦੱਸਣ ਲੱਗੀ ਕਹਿੰਦੀ ਆ ਕਿ ਕਾਲਕਾ ਦੇਵਾ ਜਿਹੜਾ ਉਹ ਨਾਰਾਇਣ ਆ, ਉਹ ਤੈਨੂੰ ਵਰ ਲਏਗਾ। ਇਹਦਾ ਮਤਲਬ ਇਹ ਹੋਇਆ ਕਿ ਦਸ਼ਮ ਗ੍ਰੰਥ ਦਾ ਰੱਬ ਜਿਹੜਾ ਹੈ ਉਹ ਨਾਰਾਇਣ, ਉਹ ਕਾਲਕਾ ਦੇਵਾ ਹੋ ਗਿਆ, ਜਿਹਨੂੰ ਨਾਰਾਇਣ ਕੇ ਰੱਬ ਕਿਹਾ ਗਿਆ। ਨਾਰਾਇਣ ਰੱਬ ਨੂੰ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਗਿਆ, ਨਿਰੰਕਾਰ ਕਿਹਾ ਗਿਆ। ਨਿਰੰਕਾਰ, ਇੱਥੇ ਨਿਰੰਕਾਰ ਦੀ ਗੱਲ ਹੈ। ਨਾਰਾਇਣ ਨਿਰੰਕਾਰ ਤੋਂ ਵੀ ਰੱਬ ਦੇ ਨਾਂ ਹਨ, ਪਰ ਜੋ ਇੱਥੇ ਸੰਬੰਧਿਤ ਸ਼ਬਦ ਹੈ ਉਹ ਹੈ ਨਿਰੰਕਾਰ। ਦੁੱਲਾ ਦੇ ਜਿਹੜੀ ਆ
ਉਹਨੂੰ ਕਹਿ ਰਹੀ ਦੁਰਗਾ ਦੇਵੀ ਕਹਿ ਰਹੀ ਹੈ ਵੀ ਤੈਨੂੰ ਨਿਰੰਕਾਰ ਬਰੇਗਾ। ਨਿਰੰਕਾਰ ਵੀ ਰੱਬ ਦਾ ਨਾਂ ਆ। ਗੁਰੂ ਗ੍ਰੰਥ ਸਾਹਿਬ ਤੋਂ ਸਦਾ ਸਲਾਮਤ ਨਿਰੰਕਾਰ। ਸੋ ਨਿਰੰਕਾਰ ਜਿਹੜਾ ਹੈ ਦਸ਼ਮ ਗ੍ਰੰਥ ਦੇ ਕਵੀਆਂ ਦਾ, ਉਹ ਹੈ ਕਾਲਕਾ ਦੇਵਾ। ਹੁਣ ਇੱਥੇ ਵੀ ਗੋਬਿੰਦ ਸ਼ਬਦ, ਜੇ ਅਸੀਂ ਇਹਦਾ ਅਰਥ ਰੱਬ ਕਰਦੇ ਹਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਵੀ ਕੀਤਾ ਹੋਇਆ, ਤਾਂ ਇਹ ਜਿਹੜਾ ਦਸ਼ਮ ਗ੍ਰੰਥ ਦਾ ਰੱਬ ਹੈ ਇਹ ਉਹ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਵਾਲਾ। ਇਹਨਾਂ ਦਾ ਰੱਬ ਜਿਹੜਾ ਹੈ ਉਹ ਹੈ ਕਾਲਕਾ ਦੇਵਾ। ਇਹਨਾਂ ਦਾ ਗੋਬਿੰਦ ਜਿਹੜਾ ਹੈ, ਇਹਨਾਂ ਦਾ ਜਿਹੜਾ ਨਿਰੰਕਾਰ ਹੈ ਉਹ ਕਾਲਕਾ ਦੇਵਾ ਹੈ। ਕਾਲਕਾ ਦੇਵਾ ਕੌਣ ਹੈ? ਇਹ ਮਹਾਕਾਲ ਹੈ। ਕਾਲਕਾ ਦੇਵਾ ਨਹੀਂ, ਉਹ ਨਿਰੰਕਾਰ ਕਹਿੰਦੀ ਹੈ ਦੁਰਗਾ ਦੇਵੀ। ਵੈਸੇ ਪਿਛਲੀ ਵੀਡੀਓ ਸਾਰਾ ਦੇਖ ਚੁੱਕੇ ਹਾਂ। ਨਿਰੰਕਾਰ ਕਹਿੰਦੀ ਹੈ। ਤੇ ਇੱਥੇ ਹੁਣ ਕਿਉਂਕਿ ਨਿਰੰਕਾਰ ਜੇ ਰੱਬ ਹੈ ਤੇ ਇਹ ਦਾਸ ਨਹੀਂ ਬਣ ਸਕਦਾ। ਹੁਣ ਇੱਥੇ ਗੋਬਿੰਦ ਸ਼ਬਦ ਦੱਦਾ ਜਿਹੜਾ ਇਹ ਮੁਕਤ ਆਇਆ। ਜੇ ਦੱਦਾ ਮੁਕਤ ਆਇਆ ਤਾਂ ਇੱਥੇ ਅਸੀਂ ਵਿਆਕਰਨ ਦੇ ਮੁਤਾਬਕ ਜੇ ਸਮਝੀਏ ਤਾਂ ਇਹ ਬਣ ਜਾਂਦਾ ਹੇ ਗੋਬਿੰਦ, ਹੇ ਗੋਬਿੰਦ ਦਾਸ ਤੁਹਾਰ, ਮੈਂ ਤੁਹਾਡਾ ਦਾਸ ਹਾਂ। ਹੁਣ ਹੇ ਗੋਬਿੰਦ ਜਿਹੜਾ ਅਰਥ ਹੈ ਇਹ ਕਿਹਦੇ ਵਾਸਤੇ ਹੋ ਗਿਆ? ਇਹ ਉਸੇ ਨਿਰੰਕਾਰ ਵਾਸਤੇ ਹੋ ਗਿਆ, ਉਸੇ ਕਾਲਕਾ ਦੇਵਾ ਵਾਸਤੇ ਹੋ ਗਿਆ। ਜੇ ਇਹਦਾ ਅਰਥ ਜਿਹੜਾ ਹੈ ਗੋਬਿੰਦ ਰੱਬ ਲਿਆ ਜਾਵੇ ਤਾਂ ਇਹ ਰੱਬ ਜਿਹੜਾ ਹੈ, ਨਿਰੰਕਾਰ ਜਿਹੜਾ ਹੈ ਦਸ਼ਮ ਗ੍ਰੰਥ ਦਾ, ਉਹ ਮਹਾਕਾਲ ਹੈ, ਉਹ ਕਾਲਕਾ ਦੇਵਾ ਹੈ। ਤੇ ਜਿਹੜੀ ਭਗਵਤੀ ਹੈ, ਭਗਵਤੀ ਹੈ ਇਹ ਦੁਰਗਾ, ਤੇ ਦੂਜਾ ਜਿਹੜਾ ਆ ਇਸ਼ਟ ਉਹ ਕਾਲਕਾ ਦੇਵਾ ਹੈ। ਜੋ ਕਵੀ ਦਸ਼ਮ ਗ੍ਰੰਥ ਦੇ ਹਨ ਇਹਨਾਂ ਦੇ ਦੋਵੇਂ ਪਿਆਰੇ ਇਸ਼ਟ ਹਨ, ਕਾਲਕਾ ਦੇਵਾ ਅਤੇ ਦੁਰਗਾ ਦੇਵੀ। ਹੁਣ ਇੱਥੇ ਕਵੀ ਨੇ ਕਿਰਪਾ ਜਿਹੜੀ ਮੰਗੀ ਆ ਉਹ ਭਗਵਤੀ ਦੀ ਮੰਗੀ ਆ। ਭਗਤੀ ਦੀ ਕਿਰਪਾ ਜਿਹੜੀ ਆ ਆਪਣੇ ਉੱਤੇ ਮੰਨੀਏ ਕਿ ਉਹਦੀ ਕਿਰਪਾ ਮੈਨੂੰ ਹੋਈ ਹੈ। ਸੋ ਇੱਥੇ ਭਗਵਤੀ ਦਾ ਸ਼ਬਦ ਹੈ ਤੇ ਇੱਥੇ ਇਹ ਕਹਿ ਸਕਦੇ ਹਾਂ ਕਿ ਹੇ ਦੁਰਗਾ ਦੇਵੀ, ਹੇ ਦੁਰਗਾ ਦੇਵੀ ਮੈਂ ਤੁਹਾਡਾ ਦਾਸ ਹਾਂ। ਤੇ ਦੂਜਾ ਜੇ ਅਸੀਂ ਇਹਦਾ ਅਰਥ ਸਮਝਦੇ ਹਾਂ ਵੀ ਇਹ ਨਿਰੰਕਾਰ ਹੈ ਦਸ਼ਮ ਗ੍ਰੰਥ ਮੁਤਾਬਕ ਗੋਬਿੰਦ ਸ਼ਬਦ, ਕਿਉਂਕਿ ਮਹਾਕਾਲ ਨੂੰ ਗੋਬਿੰਦ ਜਾਂ ਨਿਰੰਕਾਰ ਕਿਹਾ ਗਿਆ ਹੈ, ਤਾਂ ਫਿਰ ਇਹਦਾ ਮਤਲਬ ਬਣ ਜਾਂਦਾ ਹੈ ਹੇ ਗੋਬਿੰਦ ਭਾਵ ਹੇ ਕਾਲਕਾ ਦੇਵਾ, ਮੈਂ ਤੁਹਾਡਾ ਦਾਸ ਹਾਂ। ਹੁਣ ਕਾਲਕਾ ਦੇਵਾ ਅਤੇ ਇਹ ਦੁਰਗਾ, ਇਹ ਦੋਵੇਂ ਇਸ਼ਟ ਹਨ। ਦੁਰਗਾ ਨੂੰ ਵੀ ਰੱਬ ਮੰਨਿਆ ਜਾ ਰਿਹਾ ਤੇ ਕਾਲਕਾ ਦੇਵਾ ਮਹਾਕਾਲ ਇਹਨੂੰ ਵੀ ਰੱਬ ਮੰਨਿਆ ਜਾ ਰਿਹਾ। ਦੁਰਗਾ ਦੀ ਸਿਫਤ ਕਰਦੇ ਹਾਂ। ਇਸ ਨੂੰ 14 ਲੋਕਾਂ ਦੀ ਰਾਣੀ ਕਿਹਾ ਗਿਆ ਹੈ। ਸਾਰਾ ਸੰਸਾਰ ਇਸ ਨੇ ਪੈਦਾ ਕੀਤਾ, ਇਹਨੂੰ ਕਿਹਾ ਗਿਆ। ਸੋ ਦੋਵੇਂ ਇਹਨਾਂ ਨੂੰ ਰੱਬ ਦੇ ਲੱਛਣ ਮੰਨ ਕੇ ਇਹਨਾਂ ਨੂੰ ਰੱਬ ਸਮਝਿਆ ਗਿਆ ਹੈ। ਤਾਂ ਇਸ ਕਰਕੇ ਇੱਥੇ ਇਹ ਵੀ ਅਰਥ ਜਿਹੜਾ ਆ ਇਹਦਾ ਬਣ ਸਕਦਾ ਹੈ ਕਿ ਹੇ ਗੋਬਿੰਦ ਭਾਵ ਹੇ ਕਾਲਕਾ ਦੇਵਾ, ਇਹ ਮਹਾਕਾਲ ਮੈਂ ਤੁਹਾਡਾ ਦਾਸ ਹਾਂ। ਮੈਂ ਦਾ ਮਤਲਬ ਕਵੀ ਜਿਹਨੇ ਇਹ ਰਾਮਾਇਣ ਲਿਖੀ ਹੈ ਉਹ ਕਵੀ ਕਹਿੰਦਾ ਕਿ ਮੈਂ ਤੁਹਾਡਾ ਦਾਸ ਹਾਂ। ਹੇ ਗੋਬਿੰਦ, ਹੇ ਕਾਲਕਾ ਦੇਵਾ, ਹੇ ਨਿਰੰਕਾਰ, ਮੈਂ ਤੁਹਾਡਾ ਦਾਸ ਹਾਂ। ਇਹਦਾ ਇਹ ਅਰਥ ਬਣ ਗਿਆ। ਤੋ ਇਸ ਤਰ੍ਹਾਂ ਇਹ ਸ਼ਬਦ ਜਿਹੜਾ ਗੁਮਤ ਸ਼ਬਦ ਹੈ ਇਸ ਨੂੰ ਇਸ ਢੰਗ ਨਾਲ ਵੀ ਆਪਾਂ ਦੇਖ ਸਕਦੇ ਹਾਂ। 10ਵੇਂ ਪਾਤਸ਼ਾਹ ਨਾਲ ਜੇ ਇਹਨੂੰ ਜੋੜਿਆ ਜਾਂਦਾ ਹੈ ਤਾਂ ਉਹ ਇੱਕ ਨਰਾਦਰੀ ਹੈ, ਕਿਉਂਕਿ 10ਵੇਂ ਪਾਤਸ਼ਾਹ ਕਿਸੇ ਦੇਵੀ ਜਾਂ ਦੇਵਤੇ ਦੇ ਦਾਸ ਨਹੀਂ ਬਣ ਸਕਦੇ। ਤੇ ਜੇ ਇਹਦਾ ਅਰਥ ਅਸੀਂ ਗੁਰੂ ਗ੍ਰੰਥ ਸਾਹਿਬ ਮੁਤਾਬਕ ਰੱਬ ਲੈਂਦੇ ਹਾਂ ਤਾਂ ਇਹ ਰੱਬ ਜਿਹੜਾ ਹੈ ਇਹ ਦਸ਼ਮ ਗ੍ਰੰਥ ਦਾ ਮਹਾਕਾਲ ਹੈ। ਇਹਦਾ ਮਤਲਬ ਇਹ ਮਹਾਕਾਲ ਜੀ, ਹੇ ਗੋਬਿੰਦ ਜੀ, ਹੇ ਨਿਰੰਕਾਰ ਜੀ, ਹੇ ਕਾਲਕਾ ਦੇਵਾ ਜੀ, ਮੈਂ ਤੁਹਾਡਾ ਦਾਸ ਹਾਂ। ਬਾਂਹ ਗਏ ਕਿ ਲਾਜਸ, ਬਾਂਹ ਫੜੇ ਦੀ ਲਾਜ ਰੱਖਣੀ। ਤੇ ਇੱਥੇ ਬੇਨਤੀ ਜਿਹੜੀ ਆ ਫਿਰ
ਮਹਾਂਕਾਲ ਅੱਗੇ ਬਣ ਜਾਂਦੀ ਆ, ਕਿਉਂਕਿ ਗੋਬਿੰਦ ਜਿਹੜਾ ਹੈ ਦਸ਼ਮਰਾਂ ਦਾ ਉਹ ਮਹਾਂਕਾਲ ਹੈ। ਉਹ ਜਿਹੜਾ ਮਹਾਂਕਾਲ ਹੈ ਉਹ ਇਹਦਾ ਨਿਰੰਕਾਰ ਹੈ। ਤੋ ਇਸ ਤਰ੍ਹਾਂ ਇਹ ਜਿਹੜਾ ਸਵਈਆ ਹੈ ਨਿਤਨੇਮ 'ਚ ਪਾਇਆ ਗਿਆ, ਉਹਦੇ ਅਰਥ ਅਸੀਂ ਇਸ ਤਰ੍ਹਾਂ ਦੇਖ ਸਕਦੇ ਹਾਂ। ਤੋ 10ਵੇਂ ਪਾਤਸ਼ਾਹ ਦਾ ਨਾਮ ਵਰਤ ਕੇ ਇਹ ਬੜਾ ਭੁਲੇਖਾ ਪਾਇਆ ਗਿਆ ਹੈ। ਸਿੱਖਾਂ ਨੂੰ, ਸਿੱਖੀ ਨੂੰ ਦੂਜੇ ਪਾਸੇ ਮੋੜਨ ਦਾ ਯਤਨ ਹੈ, ਬ੍ਰਾਹਮਣਵਾਦ ਵੱਲ ਨੂੰ। ਜਦੋਂ ਅਸੀਂ ਤ੍ਰਿਆ ਚਰਿੱਤਰ ਦੇਖਦੇ ਹਾਂ, ਉਹਨਾਂ ਵਿੱਚ ਵੀ ਸਾਫ਼ ਤੌਰ 'ਤੇ ਗੋਬਿੰਦ ਨਹੀਂ ਲਿਖਿਆ, ਉੱਥੇ ਰਾਏ ਸਾਹਿਬ ਲਿਖਿਆ। ਸਿੱਧਾ ਗੁਰੂ ਗੋਬਿੰਦ ਸਿੰਘ ਨਹੀਂ ਲਿਖਿਆ। ਇੱਥੇ ਵੀ ਸਿੱਧਾ ਗੁਰੂ ਗੋਬਿੰਦ ਸਿੰਘ ਲਿਖਿਆ, ਗੋਬਿੰਦ ਵਰਤ ਲਿਆ, ਅਤੇ ਤ੍ਰਿਆ ਚਰਿੱਤਰਾਂ ਵਿੱਚ ਰਾਏ ਸਾਹਿਬ ਵਰਤ ਲਿਆ ਵੀ ਰਾਏ ਸਾਹਿਬ ਆਨੰਦਪੁਰ ਦਾ ਇੱਕ ਰਾਜਾ ਸੀ, ਉੱਥੇ ਸਾਫ਼ ਲਿਖਿਆ। ਅਤੇ ਇਹ ਵੀ ਵੀਡੀਓ ਅਸੀਂ ਬਣਾ ਚੁੱਕੇ ਹਾਂ, ਜਿੱਥੇ ਆਨੰਦਪੁਰ ਲਿਖਿਆ, ਪੁਰ ਆਨੰਦ ਇੱਕ ਗਾਉਂ ਜਿੱਥੇ ਲਿਖਿਆ ਤ੍ਰਿਆ ਚਰਿੱਤਰਾਂ ਵਿੱਚ, ਉਹ ਵੀ ਅਸੀਂ ਦਿਖਾ ਚੁੱਕੇ ਹਾਂ। ਅਸਲੀ ਜਿਹੜੀ ਬੁੱਕ ਹੈ ਉਹਦੇ ਵਿੱਚੋਂ ਵੀਡੀਓ ਦਿਖਾ ਚੁੱਕੇ ਹਾਂ ਵੀ ਆਹ ਦੇਖੋ ਆਨੰਦਪੁਰ ਦਾ ਪਿੰਡ ਲਿਖਿਆ ਆ, ਉੱਥੇ ਦਾ ਰਾਜਾ ਰਾਏ ਸਾਹਿਬ ਹੁੰਦਾ ਸੀ। ਹੁਣ ਰਾਏ ਸਾਹਿਬ ਕਿਉਂਕਿ 10ਵੇਂ ਪਾਤਸ਼ਾਹ ਦਾ ਨਾਂ ਗੋਬਿੰਦ ਰਾਏ ਸੀ, ਗੋਬਿੰਦ ਰਾਏ ਸੀ ਪਹਿਲਾ ਨਾਂ। ਤੋ ਇਹਨਾਂ ਲਿਖਾਰੀਆਂ ਨੇ ਗੋਬਿੰਦ ਵੀ ਵਰਤ ਲਿਆ ਅਤੇ ਰਾਏ ਵੀ ਵਰਤ ਲਿਆ। ਇਹ ਵਰਤ ਕੇ ਇਹ ਚਾਹੁੰਦੇ ਆ ਕਿ 10ਵੇਂ ਪਾਤਸ਼ਾਹ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇਵੀ ਦੇਵਤਿਆਂ ਦੇ ਨਾਲ ਜੋੜ ਕੇ ਉਹਨਾਂ ਦਾ ਪੁਜਾਰੀ ਸਾਬਤ ਕੀਤਾ ਜਾਵੇ। ਪਹਿਲਾਂ ਤਾਂ ਨਹੀਂ ਕਰ ਸਕੇ 10ਵੇਂ ਪਾਤਸ਼ਾਹ ਦੇ ਹੁੰਦਿਆਂ, ਪਰ 10ਵੇਂ ਪਾਤਸ਼ਾਹ ਜੋਤੀ ਸਮਾਉਣ ਤੋਂ ਬਾਅਦ ਇਹ ਸਾਰਾ ਕੁਝ ਸਾਹਮਣੇ ਆਇਆ ਅਤੇ ਧੜਾ ਰਚਨਾਵਾਂ ਜਿਹੜੀਆਂ 10ਵੇਂ ਪਾਤਸ਼ਾਹ ਦੇ ਵਿਰੁੱਧ ਜਿਹੜੀਆਂ ਸ਼ੁਰੂ ਹੋ ਗਈਆਂ ਕਿ ਇਹਨਾਂ ਨੂੰ 9ਵੇਂ ਗੁਰੂਆਂ ਤੋਂ ਵੱਖਰਾ ਬਣਾਇਆ ਜਾਵੇ। ਔਰ ਜਿੰਨੀਆਂ ਵੀ ਸਾਡੀਆਂ ਧਾਰਮਿਕ ਪੁਸਤਾਂ ਮੋਟੀਆਂ ਪਈਆਂ, ਉਹਨਾਂ ਵਿੱਚ ਇਹੀ ਲਿਖਿਆ ਕਿ 10ਵੇਂ ਪਾਤਸ਼ਾਹ ਨੇ ਦੇਵੀ ਦੁਰਗਾ ਦੀ ਪੂਜਾ ਕੀਤੀ ਸੀ, ਪੁਜਾਰੀ ਬਣੇ ਸਨ। ਕੋਈ ਕਿਤਾਬ ਚੱਕ ਲਓ, ਸੂਰਜ ਪ੍ਰਕਾਸ਼ ਚੁੱਕ ਲਓ, ਉਹਦੇ ਵਿੱਚ ਲਿਖਿਆ ਹੈ। ਫਿਰ ਗੁਰਬਲਤ ਪਾਤਸ਼ਾਹ 10ਵੀਂ, ਇਹ 3 ਵੋਲੀਅਮ ਹੈ, ਤਿੰਨ ਕਿਤਾਬਾਂ ਵੱਖਰੀਆਂ, ਸੁੱਖਾ ਸਿੰਘ ਦਾ, ਕੋਰ ਸਿੰਘ ਦਾ ਅਤੇ ਇੱਕ ਹੈਗਾ ਸੁਮੇਰ ਸਿੰਘ ਦਾ। ਇਹ ਤਿੰਨਾਂ ਨੇ ਲਿਖੇ ਹੋਇਆ ਗੁਰਬਲਤ ਪਾਤਸ਼ਾਹ ਦੇ। ਤਿੰਨਾਂ ਵਿੱਚ ਹੀ ਦੇਵੀ ਪੂਜਾ ਦੀ ਕਹਾਣੀ 10ਵੇਂ ਪਾਤਸ਼ਾਹ ਨਾਲ ਜੋੜ ਹੋਈ ਹੈ। ਤੋ ਇਹ ਗ੍ਰੰਥ ਜਿਹੜੇ ਆ ਇਹ ਸਾਰੇ 10ਵੇਂ ਪਾਤਸ਼ਾਹ ਨੂੰ ਦੇਵੀਆਂ ਵੱਲ ਲੈ ਕੇ ਜਾਂਦੇ ਆ, ਦੇਵੀ ਪੂਜਾ ਵੱਲ ਲੈ ਕੇ ਜਾਂਦੇ ਆ। ਇਹ 10ਵਾਂ ਜਿਹੜਾ ਇਹਦੇ ਵਿੱਚ ਵੀ ਗੋਬਿੰਦ ਨਾਮ ਵਰਤ ਲਿਆ। ਤ੍ਰਿਆ ਚਰਿੱਤਰਾਂ ਵਿੱਚ ਰਾਏ ਸਾਹਿਬ ਵਰਤ ਲਿਆ। ਰਾਏ ਸਾਹਿਬ ਆਨੰਦਪੁਰ ਦੇ ਰਾਜੇ ਹੁੰਦੇ ਸੀ, ਉਹਨਾਂ ਕੋਲ ਸੰਗਤ ਆਉਂਦੀ ਸੀ ਅਤੇ ਉਹਨਾਂ ਦੇ ਚੇਲੇ ਬਣਦੇ ਸੀ। ਤੋ ਗੱਲਾਂ ਸਾਰੀਆਂ 10ਵੇਂ ਪਾਤਸ਼ਾਹ ਜੋੜੀਆਂ ਗਈਆਂ, ਪਰ ਇਨਡਾਇਰੈਕਟਲੀ ਰਾਏ ਸਾਹਿਬ ਕਹਿ ਕੇ ਜੋੜਤੀਆਂ। ਰਾਏ ਸਾਹਿਬ ਇੱਕ ਰਾਜਾ ਹੁੰਦਾ ਸੀ। ਤੇ ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਆਨੰਦਪੁਰ ਸਾਹਿਬ ਜਦੋਂ ਬਣਿਆ ਉਹ ਤਾਂ ਗੁਰੂਆਂ ਨੇ ਖੁਦ ਬਣਾਇਆ, ਪਹਿਲਾਂ ਤਾਂ ਨਾਂ ਆਨੰਦਪੁਰ ਹੁੰਦਾ ਹੀ ਨਹੀਂ ਸੀ, ਮਾਖੋ ਵਾਲੇ ਪਿੰਡ ਹੁੰਦਾ ਸੀ। ਆਨੰਦਪੁਰ ਦਾ ਨਾਂ ਗੁਰੂ ਪਾਤਸ਼ਾਹ ਨਾਲ ਜੁੜਦਾ ਆ ਅਤੇ ਉਹਨਾਂ ਨੇ ਸਿੱਧੇ ਤੌਰ 'ਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਲਿਖਿਆ, ਰਾਏ ਸਾਹਿਬ ਕਰਕੇ ਜੋ ਕਹਾਣੀਆਂ 2-3 ਬਣਾਈਆਂ ਵਿੱਚ ਉਹਨਾਂ ਵਿੱਚ ਕੋਈ ਨਰਾਦਰੀ ਜਿਹੜੀ 10ਵੇਂ ਪਾਤਸ਼ਾਹ ਦੀ ਕੀਤੀ ਗਈ ਹੈ, ਰਾਏ ਸਾਹਿਬ ਕਹਿ ਕੇ ਕੀਤੀ ਗਈ ਹੈ। ਕਿਸੇ ਤੀਵੀਂ ਦੇ ਘਰ ਭੇਜਦੇ ਆ ਮੰਤਰ ਲੈਣ ਵਾਸਤੇ, ਉੱਥੇ ਫਿਰ ਜੋ ਕੁਛ ਹੁੰਦਾ ਆ ਤੁਸੀਂ ਆਪ ਪੜ੍ਹ ਕੇ ਦੇਖ ਲਿਓ। ਅਸੀਂ ਪਹਿਲਾਂ ਇੱਥੇ ਵਿਚਾਰਾਂ ਕਰ ਚੁੱਕੇ ਹਾਂ ਇਹਨਾਂ ਦੀਆਂ। ਸੋ 22, 23, 24, 25, 26 ਜਿਹੜੇ ਤ੍ਰਿਆ ਚਰਿੱਤਰ ਹੈ ਉਹਨਾਂ ਦੇ ਨੇੜੇ ਤੇੜੇ ਪੜ੍ਹ ਕੇ ਦੇਖਿਓ, ਇਹ ਸਾਰੀਆਂ ਕਹਾਣੀਆਂ ਉੱਥੇ ਲਿਖੀਆਂ ਹੋਈਆਂ। ਸੋ 10ਵੇਂ ਪਾਤਸ਼ਾਹ ਦਾ ਜਿਹੜਾ ਅਕਸ ਹੈ ਉਹਨੂੰ ਸਨਾਤਨਵਾਦ ਨਾਲ ਜੋੜਨ ਵਾਸਤੇ ਸਾਰਾ ਕੁਛ ਘੜਿਆ ਗਿਆ ਹੈ। ਇਸ ਕਰਕੇ ਪਿਆਰਿਓ ਆਪਾਂ ਇਹ ਵਿਚਾਰ ਅੱਜ ਫਿਰ ਇਹ ਕੀਤੀ ਹੈ, ਜੇ ਗੋਬਿੰਦ ਸ਼ਬਦ ਜਿਹੜਾ ਹੈ ਜੇ 10ਵੇਂ ਪਾਤਸ਼ਾਹ ਨਾਲ ਜੋੜੀਏ ਤਾਂ ਉਹਨਾਂ ਨੂੰ ਇਹ ਦੇਵੀ ਦੇਵਤੇ ਦੇ ਪੁਜਾਰੀ ਬਣਾਇਆ ਜਾ ਰਿਹਾ, ਦਾਸ ਬਣਾਇਆ ਜਾ ਰਿਹਾ। ਕਿਉਂਕਿ ਰਚਨਾਵਾਂ ਕੰਟੀਨਿਊਸ, ਇਹ ਇਕੱਲਾ ਹੀ ਅਸੀਂ ਦੋਹਰਾ ਨਹੀਂ ਇਕੱਲਾ ਹੀ ਲੈ ਸਕਦੇ, ਇਹਦੇ ਇਕੱਲੇ ਦੇ ਅਰਥ ਨਹੀਂ ਕਰ ਸਕਦੇ, ਪਿਛਾਂਹ ਵੀ ਜਾਣਾ ਪਏਗਾ ਇਹ ਤਿਉਹਾਰ ਕੌਣ ਹੈ ਇਹਦੇ ਵਿੱਚ। ਅਤੇ ਇਸ ਤੋਂ ਪਹਿਲਾਂ 963 ਨੰਬਰ ਜਿਹੜਾ ਸਵਈਆ ਹੈ ਉਹ ਵੀ ਨਿਤਨੇਮ ਦਾ ਇੱਕ ਅੰਗ ਬਣਿਆ ਹੋਇਆ। ਉੱਥੇ ਸ਼੍ਰੀ ਅਸਪਾਨ ਦੀ ਕਿਰਪਾ ਮੰਨੀ ਗਈ ਆ। ਆਹ ਦੇਖੋ, ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ। ਸੋ ਦੋਹਾਂ ਦੀ ਕਿਰਪਾ ਹੋ ਗਈ ਨਾ, ਇੱਕ ਅਸਪਾਨ ਦੀ ਕਿਰਪਾ ਹੋ ਗਈ। ਇਹ ਅਸਪਾਨ ਮਹਾਕਾਲ ਹੈ ਜਾਂ ਕਾਲਕਾ ਦੇਵਾ ਆ,
ਤੇ ਦਸ਼ਪੁਰਾਂਤਾ ਇਹ ਗੋਬਿੰਦ ਵੀ ਆ, ਦਸ਼ਪੁਰਾਂਤਾ ਇਹ ਨਿਰੰਕਾਰ ਵੀ ਆ। ਤੇ ਇਹਦੇ ਕੋਲੋਂ ਵੀ ਕਵੀ ਜਿਹੜਾ ਆ ਉਹ ਕਹਿ ਸਕਦਾ ਮੈਂ ਤੇਰਾ ਦਾਸ ਹਾਂ। ਕਵੀ ਕਹਿ ਸਕਦਾ ਹੇ ਅਸਪਾਨ ਜੀ, ਹੇ ਭਗਵਤੀ ਜੀ, ਮੈਂ ਤੇਰਾ ਦਾਸ ਹਾਂ। ਇਹ ਅਰਥ ਜਿਹੜੇ ਆ ਢੁੱਕਦੇ ਆ, ਇਹ ਅਰਥ ਢੁੱਕਦੇ ਆ ਜਦੋਂ ਇਹ ਲਿਖਾਰੀ ਕਹੇ ਕਿ ਹੇ ਅਸਪਾਨ ਜੀ, ਹੇ ਭਗਵਤੀ ਦੇਵੀ ਜੀ, ਮੈਂ ਤੇਰਾ ਦਾਸ ਹਾਂ। ਇਹ ਤਾਂ ਗੱਲ ਬਣਦੀ ਆ। ਜੇ ਤੁਸੀਂ ਗੋਬਿੰਦ ਨੂੰ ਦਸਵੇਂ ਪਾਤਸ਼ਾਹ ਨਾਲ ਜੋੜਦੇ ਆ ਤਾਂ ਇਹ ਗੱਲ ਬਿਲਕੁਲ ਉਲਟ ਹੋ ਜਾਂਦੀ ਆ। ਦਸਵੇਂ ਪਾਤਸ਼ਾਹ ਨਾਲ ਅਸਪਾਨ ਦੇ ਦਾਸ ਹੈ, ਕਿਉਂਕਿ ਅਸਪਾਨ ਦੀ ਕਿਰਪਾ ਹੋਈ ਹੈ ਨਾ। ਇੱਥੇ ਅਸਪਾਨ ਸ਼ਬਦ ਜਿਹੜਾ ਆ ਇਹ ਮਹਾਕਾਲ ਵਾਸਤੇ ਵਰਤਿਆ ਗਿਆ। ਅਸਪਾਨ, ਅਸਕੇਤ, ਅਸਤੁਜ, ਖੜਗਾ ਧੁਜ, ਕਾਲ ਕਾ ਦੇਵਾ, ਇਹ ਸਾਰੇ ਸ਼ਬਦ ਮਹਾਕਾਲ ਵਾਸਤੇ। ਮਹਾਕਾਲ ਕੌਣ ਹੈ? ਇੱਕ ਹਿੰਦੂਆਂ ਦਾ ਦੇਵਤਾ ਆ। ਉਹਦਾ ਮੰਤਰ ਜਿਹੜਾ ਆ ਉਹ ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਬਣਿਆ ਹੋਇਆ, ਤੇ ਉੱਥੇ ਬਕਾਇਦਾ ਮਹਾਕਾਲ ਦੀ ਪੂਜਾ ਹਿੰਦੂ ਸੱਜਣ ਕਰਦੇ ਹਨ, ਜਾ ਕੇ ਮੱਥੇ ਟੇਕਦੇ ਹਨ, ਆਰਤੀ ਉਤਾਰਦੇ ਹਨ, ਸਭ ਕੁਝ ਕਰਦੇ ਹਨ। ਸੋ ਉਸ ਮਹਾਕਾਲ ਨੂੰ ਇੱਥੇ ਦਸਵੇਂ ਪਾਤਸ਼ਾਹ ਨਾਲ ਨਹੀਂ ਜੋੜਿਆ ਜਾ ਸਕਦਾ। ਇਸ ਕਰਕੇ ਗੋਬਿੰਦ ਦਾ ਨਾਂ ਦਸਵੇਂ ਪਾਤਸ਼ਾਹ ਨਹੀਂ ਹੈ। ਇਹ ਧੱਕੇ ਨਾਲ ਜਿਹੜੇ ਇਹਦੇ ਅਰਥ ਕਰਦੇ ਹਨ, ਦਸਵੇਂ ਪਾਤਸ਼ਾਹ ਕਹਿ ਰਹੇ ਹਨ, ਉਹ ਨਰਾਦਰੀ ਕਰ ਰਹੇ ਹਨ, ਕਿਉਂਕਿ ਦਸਵੇਂ ਪਾਤਸ਼ਾਹ ਨੂੰ ਅਸਪਾਨ ਤੇ ਭਗਵਤੀ ਤੇ ਦਾਸ ਸਾਬਤ ਕੀਤਾ ਜਾ ਰਿਹਾ, ਜਦੋਂ ਕਿ ਐਸਾ ਨਹੀਂ ਹੋ ਸਕਦਾ। ਤਾਂ ਹਾਂ, ਇਹ ਹੋ ਸਕਦਾ ਗੋਬਿੰਦ ਸ਼ਬਦ ਜਿਹੜਾ ਹੈ ਇਹ ਕਾਲਕਾ ਦੇਵਾ ਵਾਸਤੇ ਵਰਤਿਆ ਗਿਆ, ਅਸਪਾਨ ਵਾਸਤੇ ਵਰਤਿਆ ਗਿਆ, ਕਿਉਂਕਿ ਉਹਨਾਂ ਦਾ ਇਹ ਨਿਰੰਕਾਰ ਹੈ, ਉਹਨਾਂ ਦਾ ਇਹ ਰੱਬ ਹੈ। ਇਸ ਕਰਕੇ ਕਵੀ ਇਹ ਕਹਿ ਸਕਦਾ ਕਿ ਹੇ ਰੱਬ ਜੀ, ਹੇ ਗੋਬਿੰਦ ਜੀ, ਹੇ ਅਸਪਾਨ ਜੀ, ਮੈਂ ਤੁਹਾਡਾ ਦਾਸ ਹਾਂ। ਅਸਲ ਜਿਹੜੇ ਅਰਥ ਜਿਹੜੇ ਆ ਉਹ ਇੱਦਾਂ ਬਣਨੇ ਚਾਹੀਦੇ ਆ, ਕਿਉਂਕਿ ਇਹ ਰਮਾਇਣ ਜਿਹੜੀ ਹੈ ਜਿਸ ਕਵੀ ਨੇ ਲਿਖੀ ਹੈ ਉਹ ਦਾਸ ਹੈ ਅਸਪਾਨ ਦਾ, ਦਾਸ ਹੈ ਮਹਾਕਾਲ ਦਾ, ਉਹ ਦਾਸ ਹੈ ਦੁਰਗਾ ਦਾ, ਕਿਉਂਕਿ ਦੋਵੇਂ ਦੁਰਗਾ ਅਤੇ ਮਹਾਕਾਲ ਉਸਦੇ ਪਿਆਰੇ ਇਸ਼ਟ ਮੰਨੇ ਗਏ ਹਨ ਦਸ਼ਗ੍ਰੰਥ ਵਿੱਚ ਥਾਂ ਥਾਂ ਦੇ ਉੱਤੇ। ਤੋ ਇੱਥੇ ਆਪਾਂ ਇਹ ਰੀਡਿੰਗ ਨੂੰ ਸਮਾਪਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ